कि औरतों की शमूलीयत जिहड़ी हैगी है तुहानूं किस तरीके की लग रही है, क्योंकि चोणां इस टाइम पक्खियां पईयां, तुसीं देख रहे हो कि हालात किवें दे रोज़ अखबारां ਦੀਆਂ सुर्खियां 'ਚ टीवियां 'ਚ ਆਪਾਂ देख रहे हैं। ਨੋਮੀਨੇਸ਼ਨ ਦੇ ਵਿੱਚ ਹੈ ਜਾਂ ਉਹਨਾਂ ਨੂੰ ਐਜ ਏ ਕੈਂਡੀਡੇਚਰ ਅਸੀਂ ਦੇਖੀਏ ਉਹ ਜ਼ਿਆਦਾ ਨਹੀਂ ਹੈ। ਨਾ ਕਾਂਗਰਸ, ਨਾ ਆਪ ਪਾਰਟੀ, ਨਾ ਜਿਹੜੀ ਅਕਾਲੀ ਦਲ ਤੇ ਨਾ ਹੀ ਜਿਹੜਾ ਸੰਯੁਕਤ ਸਮਾਜ ਮੋਰਚਾ। ਜਿਹੜੀਆਂ ਵਧੀਆ ਸਰਕਾਰਾਂ ਨੇ ਜਿੱਥੇ ਔਰਤਾਂ ਨੂੰ ਅੱਗੇ ਚੱਕਣ ਦੇ ਜਾਂ ਔਰਤਾਂ ਨੂੰ ਤੁਸੀਂ ਇਹ ਕਹੋ ਕਿ ਉਹਨਾਂ ਲਈ ਸੀਰੀਅਸ ਤੌਰ ਤੇ ਅੱਗੇ ਵਧਾਉਣ ਦੇ ਮੌਕੇ ਆ, ਉੱਥੇ ਜੈਂਡਰ ਬਜਟਿੰਗ ਹੁੰਦੀ ਹੈ। ਕੁਝ ਕੁ ਕੈਂਡੀਡੇਟਸ ਦੀ ਜੇ ਆਪਾਂ ਮਰਦਾਂ ਦੀ ਗੱਲ ਕਰੀਏ ਤੇ ਸ਼ਬਦਾਵਲੀ ਜਿਹੜੀ ਹੈਗੀ ਹੈ ਉਹ ਵੀ ਆਪਣੇ ਆਪ ਦੇ ਵਿੱਚ ਸਵਾਲ ਕਿਤੇ ਨਾ ਕਿਤੇ ਖੜੇ ਕਰ ਰਹੀ ਹੈ। ਇਹ ਜਿਹੜੀ ਗੱਲ ਹੈ ਇਹ ਇੰਨੀ ਕੁ ਜ਼ਿਆਦਾ ਜਿਹੜੀ ਇਨਸੈਂਸਿਟਿਵ ਹੈ, ਘਾਤਕ ਹੈ ਤੇ ਇਹ ਪੰਜਾਬ ਦੇ ਲਈ ਸਾਹਿਤਕ ਭਾਸ਼ਾ ਨਹੀਂ ਹੈ, ਸਤਿਕਾਰਯੋਗ ਭਾਸ਼ਾ ਨਹੀਂ ਹੈ। ਕਿ ਮੈਂ ਭਾਰਤੀ ਮਹਿਲਾ ਫੈਡਰੇਸ਼ਨ ਦੇ ਵਿੱਚ ਐਜ ਏ ਨੈਸ਼ਨਲ ਸੈਕਟਰੀ ਕੰਮ ਕਰ ਰਹੀ ਹਾਂ ਤੇ ਅਸੀਂ ਆਪਣੀ ਆਰਗੇਨਾਈਜੇਸ਼ਨ ਵੱਲੋਂ ਇਸ ਦਾ ਪੁਰਜ਼ੋਰ ਖੰਡਨ ਕਰਦੇ ਹਾਂ, ਨਿੰਦਾ ਕਰਦੇ ਹਾਂ ਇਹੋ ਜਿਹੇ ਜਿਹੜੇ ਸਾਡੇ ਇਹ ਸ਼ਬਦ ਵਰਤਦੇ ਨੇ। ਓਵਰਆਲ ਆਫਟਰ 47 ਸਾਡੀਆਂ ਸਾਰੀਆਂ ਪਾਰਟੀਆਂ ਦੇ ਵਿੱਚ ਔਰਤਾਂ ਨੂੰ ਜਿਹੜੀ ਨੁਮਾਇੰਦਗੀ ਦੇਣੀ ਹੈ, ਕੈਂਡੀਡੇਟ ਖੜੇ ਕਰਨੇ ਆ, ਉਹਦੇ 'ਚ ਉਹਨਾਂ ਦੀ ਪ੍ਰਵਿਰਤੀ ਬੜੀ ਹਾਂਦਰੂ ਹੈ। ਮੋਰਚੇ ਤੋਂ ਪਾਰਟੀ ਬਣਾਈ ਇੱਕ ਸੰਯੁਕਤ ਜਿਹੜੀ ਸਮਾਜ ਮੋਰਚਾ ਬਣਾਇਆ, ਜਦੋਂ ਉਸ ਦੇ ਵਿੱਚ ਜਾ ਕੇ ਫਿਰ ਕਿੱਥੇ ਭੁੱਲ ਗਏ ਹੋ ਉਹਨਾਂ ਬੀਬੀਆਂ ਨੂੰ। ਜਨ ਸੰਸਦ 2 ਦਿਨ ਚੱਲੀ ਜਿਸ ਦੇ ਵਿੱਚ ਮੈਂ ਵੀ ਸ਼ਾਮਲ ਹੋਈ ਕਿ ਅਸੀਂ ਇਹ ਗੱਲ ਉਦੋਂ ਨਿਕਲ ਕੇ ਸਾਹਮਣੇ ਆਈ ਇੱਕ ਸੋਸ਼ਲ ਚੇਂਜ ਦੀ ਕਿ ਔਰਤਾਂ ਚੁੱਲ੍ਹੇ ਤੋਂ ਸੰਸਦ ਤੱਕ ਜਾ ਸਕਦੀਆਂ, ਸੰਸਦ ਵੀ ਚਲਾ ਸਕਦੀਆਂ ਔਰ ਬੜੀ ਬਖੂਬੀ ਸੰਸਦ ਚਲਾਈ ਔਰਤਾਂ ਨੇ। ਕਿਸਾਨ ਮੋਰਚੇ ਤੋਂ ਆਸ ਸੀ ਕਿ ਉਹ ਕੁਝ ਔਰਤਾਂ ਨੂੰ ਅੱਗੇ ਲਿਆਉਣਗੇ ਕਿਉਂਕਿ ਔਰਤਾਂ ਦੀ ਬਹੁਤ ਵੱਡੀ ਸ਼ਮੂਲੀਅਤ ਸੀ ਜਿਸ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਅੰਕਿਆ ਗਿਆ, ਪਰ ਔਰਤ ਨੂੰ ਆਪਣੀ ਜ਼ਿੰਦਗੀ ਦੇ, ਆਪਣੇ ਫਿਊਚਰ ਦੇ, ਆਪਣੀਆਂ ਖੁਸ਼ੀਆਂ ਦੇ ਕਿਸੇ ਚੀਜ਼ ਦੇ ਵਿੱਚ ਪਾਰਟਿਸਿਪੇਟ ਕਰਨ ਦੀ ਹਜੇ ਆਜ਼ਾਦੀ ਨਹੀਂ ਮਿਲੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ। ਮੈਂ ਬਿੰਦੂ ਸਿੰਘ ਹਾਂ। ਅੱਜ ਅਸੀਂ ਗੱਲ ਕਰਾਂਗੇ ਔਰਤਾਂ ਦੀ ਸ਼ਮੂਲੀਅਤ 'ਤੇ ਰਾਜਨੀਤੀ ਦੇ ਵਿੱਚ, ਕਿਉਂਕਿ ਚੋਣਾਂ ਦੇ ਦਿਨ ਨੇ। ਔਰਤਾਂ ਦੀ ਸ਼ਮੂਲੀਅਤ ਕਿਸ ਤਰੀਕੇ ਦੀ ਹੈਗੀ ਹੈ, ਕਿਹੜੀ ਪਾਰਟੀ ਕਿੰਨਾ ਕੁ ਔਰਤਾਂ ਨੂੰ ਤਰਜੀਹ ਦਿੰਦੀ ਹੈ, ਅੱਧੀ ਆਬਾਦੀ ਜਿਹਨੂੰ ਅਸੀਂ ਕਹਿੰਦੇ ਹਾਂ, ਅੱਧੀ ਆਬਾਦੀ ਦੀ ਸ਼ਮੂਲੀਅਤ ਕਿਵੇਂ ਦੀ ਹੈ, ਉਸ 'ਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਸਕਾਲਰ ਨੇ, ਵਿਦਵਾਨ ਨੇ, ਬੁੱਧੀਜੀਵੀ ਨੇ, ਮੈਡਮ ਕਮਲਜੀਤ ਕੌਰ ਢਿੱਲੋਂ। ਬੜੇ ਹੀ ਔਰਤਾਂ 'ਤੇ ਉਹਨਾਂ ਨੇ ਕੰਮ ਕੀਤਾ ਹੈ, ਅਦਰਵਾਈਜ਼ ਵੀ ਉਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਸ਼ਖਸੀਅਤ ਨੇ। ਉਹਨਾਂ ਨਾਲ ਗੱਲਬਾਤ ਕਰਦੇ। ਮੈਡਮ, ਮੈਂ ਤੁਹਾਨੂੰ ਸਵਾਲ ਸਿੱਧਾ ਹੀ ਕਰਾਂਗੀ ਕਿ ਔਰਤਾਂ ਦੀ ਸ਼ਮੂਲੀਅਤ ਜਿਹੜੀ ਹੈਗੀ ਹੈ ਤੁਹਾਨੂੰ ਕਿਸ ਤਰੀਕੇ ਦੀ ਲੱਗ ਰਹੀ ਹੈ, ਕਿਉਂਕਿ ਚੋਣਾਂ ਇਸ ਟਾਈਮ ਪੱਖੀਆਂ ਪਈਆਂ, ਤੁਸੀਂ ਦੇਖ ਰਹੇ ਹੋ ਕਿ ਹਾਲਾਤ ਕਿਵੇਂ ਦੇ ਰੋਜ਼ ਅਖਬਾਰਾਂ ਦੀਆਂ ਸੁਰਖੀਆਂ 'ਚ, ਟੀਵੀਆਂ 'ਚ ਆਪਾਂ ਦੇਖ ਰਹੇ ਹਾਂ। ਕੀ ਹਾਲਾਤ ਨੇ ਇਸ ਟਾਈਮ, ਖਾਸ ਕਰਕੇ ਔਰਤਾਂ ਦੀ ਸਥਿਤੀ ਕਿੱਥੇ ਦੇਖਦੇ ਹੋ ਤੁਸੀਂ? ਸ਼ੁਕਰੀਆ ਬਿੰਦੂ ਜੀ ਆਪਣੇ ਦਰਸ਼ਕਾਂ ਦੇ ਰੂਬਰੂ ਕਰਨ ਲਈ ਮੈਨੂੰ। ਔਰਤਾਂ ਦੀ ਸਥਿਤੀ ਜੇ ਅਸੀਂ ਦੇਖੀਏ ਰਾਜਨੀਤੀ ਦੇ ਵਿੱਚ ਵੀ ਅਤੇ ਜਾਂ ਰਾਜਨੀਤੀ ਦੇ ਵਿੱਚ ਵੀ ਅਸੀਂ 2 ਤਰੀਕੇ ਨਾਲ ਅੰਕ ਸਕਦੇ ਹਾਂ। ਇੱਕ ਹੁੰਦੀ ਹੈ ਐਕਟਿਵ ਸ਼ਮੂਲੀਅਤ ਅਤੇ ਇੱਕ ਜਿਹੜੀ ਓਵਰਆਲ ਰਾਜਨੀਤੀ ਦੇ ਵਿੱਚ ਉਹਨਾਂ ਦੀ ਪਲੇਸ ਕਿੱਥੇ ਬਣਦੀ ਪਈ ਹੈ। ਸੋ ਇਹਨਾਂ ਦੋਨਾਂ ਤਰੀਕਿਆਂ ਦੇ ਨਾਲ ਇਹ ਸਥਿਤੀ ਜਿਹੜੀ ਬੜੀ ਹੀ ਨਾਵਾਚਕ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਹਜੇ ਮੇਰਾ ਖਿਆਲ ਹੈ ਪਹਿਲੀ 2 ਤਾਰੀਖ ਤੱਕ, 4 ਤਰੀਕ ਤੱਕ ਵਾਪਸੀਆਂ ਨੇ, ਪਰ ਜਿਹੜਾ ਹੁਣ ਵੋਟਾਂ ਦਿੱਤੀਆਂ ਜਾ ਰਹੀਆਂ ਨੇ, ਅਨਾਊਂਸਮੈਂਟ ਹੋ ਰਹੀ ਹੈ, ਉਹਦੇ ਵਿੱਚ ਔਰਤਾਂ ਨੂੰ ਬਹੁਤ ਘੱਟ ਵੋਟਾਂ ਜਿਹੜੀ ਹੈ ਪ੍ਰਤੀਨਿਧਤਾ ਦਿੱਤੀ ਜਾ ਰਹੀ ਹੈ। ਉਹਨਾਂ ਨੂੰ ਜਿਹੜੀ ਦੇਣੀ ਹੈ, ਜਿਹੜਾ ਉਹਨਾਂ ਨੂੰ ਪ੍ਰਤੀਨਿਧਤਾ ਦੇਣੀ ਹੈ, ਉਹਨਾਂ ਨੂੰ ਨੋਮੀਨੇਸ਼ਨ ਦੇ ਵਿੱਚ ਹੈ ਜਾਂ ਉਹਨਾਂ ਨੂੰ ਐਜ ਏ ਕੈਂਡੀਡੇਚਰ ਅਸੀਂ ਦੇਖੀਏ ਉਹ ਜ਼ਿਆਦਾ ਨਹੀਂ ਹੈ। ਨਾ ਕਾਂਗਰਸ, ਨਾ ਆਪ ਪਾਰਟੀ, ਨਾ ਜਿਹੜੀ ਅਕਾਲੀ ਦਲ ਤੇ ਨਾ ਹੀ ਜਿਹੜਾ ਸੰਯੁਕਤ ਸਮਾਜ ਮੋਰਚਾ। ਉਸ ਦੇ ਵਿੱਚ ਇਹ ਹੈ ਕਿ ਇਸ ਦੇ ਨਾਲ ਦਾਅਵੇ ਤਾਂ ਬਹੁਤ ਵੱਡੇ ਵੱਡੇ ਕੀਤੇ ਜਾ ਰਹੇ ਹੈ ਪੋਲੀਟੀਕਲ ਪਾਰਟੀਆਂ ਦੇ ਹੈੱਡ ਵੱਲੋਂ, ਪਰ ਗਰਾਊਂਡ ਦੇ ਉੱਤੇ ਜਾਂ ਜਿਹੜੀ ਪਲੈਨਿੰਗ ਦੇ ਵਿੱਚ ਕੁਝ ਵੀ ਨਹੀਂ ਹੈ। ਔਰਤਾਂ ਦੇ ਲਈ ਜਦੋਂ ਅਸੀਂ ਗੱਲ ਕਰਦੇ ਹਾਂ, ਅਸੀਂ ਆਮ ਹੀ ਅਗਰ ਜਿਹੜੀਆਂ ਵਧੀਆ ਸਰਕਾਰਾਂ ਨੇ ਜਿੱਥੇ ਔਰਤਾਂ ਨੂੰ ਅੱਗੇ ਚੱਕਣ ਦੇ ਜਾਂ ਔਰਤਾਂ ਨੂੰ ਤੁਸੀਂ ਇਹ ਕਹੋ ਕਿ ਉਹਨਾਂ ਲਈ ਸੀਰੀਅਸ ਤੌਰ 'ਤੇ ਅੱਗੇ ਵਧਾਉਣ ਦੇ ਮੌਕੇ ਆ, ਉੱਥੇ ਜੈਂਡਰ ਬਜਟਿੰਗ ਹੁੰਦੀ ਹੈ। ਅਤੇ ਜਾਂ ਅਸੀਂ ਉੱਥੇ ਇੱਕ ਕੋਈ ਰੋਡ ਮੈਪ ਤਿਆਰ ਕਰਦੇ ਹਾਂ ਕਿ ਔਰਤਾਂ ਜਿਹੜੀਆਂ ਸਾਡੇ ਸਮਾਜਿਕ, ਸੱਭਿਆਚਾਰਿਕ, ਆਰਥਿਕ ਅਤੇ ਰਾਜਨੀਤੀ ਦੇ ਜਿਹੜੇ ਖੇਤਰ ਦੇ ਵਿੱਚ ਉਹ ਬਿਨਾਂ ਕਿਸੇ ਦਬਾਅ ਤੋਂ ਅੱਗੇ ਕਿਵੇਂ ਆਉਣ। ਉਹ ਰੋਡ ਮੈਪ ਕਿਸੇ ਵੀ ਪਾਰਟੀ ਦੇ ਕੋਲ ਨਹੀਂ ਹੈ। ਸਿਰਫ ਜੁਮਲੇ ਨੇ, ਗੱਲਾਂ ਨੇ, ਜਾਂ ਇਹ ਕਿਹਾ ਜਾਂਦਾ ਅਸੀਂ ਔਰਤਾਂ ਨੂੰ 1000 ਦੇ ਦਿਆਂਗੇ, ਦੂਸਰਾ ਫਿਰ ਆ ਕੇ ਬੋਲੀ ਲਾਉਂਦਾ ਮਾਰਕੀਟ, ਰਾਜਨੀਤੀ ਦੀ ਮਾਰਕੀਟ 'ਚ ਅਸੀਂ 2000 ਦੇ ਦਿਆਂਗੇ। ਔਰਤਾਂ
ਜੀਵਨ ਦੇ ਹਰ ਖੇਤਰ 'ਚ ਅੱਗੇ ਕਿਵੇਂ ਆਉਣ ਸਵੈਮਾਨ ਦੇ ਨਾਲ, ਜਾਂ ਇੱਕ ਇਨਸਾਨ ਦੇ ਤੌਰ 'ਤੇ ਉਹਨਾਂ ਦੀ ਸ਼ਮੂਲੀਅਤ ਕਿਵੇਂ ਹੋਵੇ। ਇਹਦੇ ਲਈ ਸਾਨੂੰ ਸੀਰੀਅਸ ਤੌਰ 'ਤੇ ਵਰਕ ਕਰਨ ਦੀ ਲੋੜ ਹੈ। ਇਹ ਸਿਰਫ ਇਹ ਨਹੀਂ ਹੈ ਕਿ ਅੱਜ ਅਸੀਂ ਵੋਟਾਂ ਲੈਣੀਆਂ ਅਤੇ ਅਸੀਂ ਇਮੋਸ਼ਨਲ ਬਲੈਕਮੇਲ ਕਰੀਏ। ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਿਹੜੀ ਜਦੋਂ ਤੱਕ ਗੱਲ ਆਉਂਦੀ ਹੈ ਕੈਂਡੀਡੇਚਰ ਦੀ, ਜਦੋਂ ਉਹਨਾਂ ਦੀ ਸ਼ਮੂਲੀਅਤ ਦੀ ਇੱਕ ਕੈਂਡੀਡੇਟ ਇੱਕ ਪ੍ਰਤੀਨਿਧੀ ਵੱਲੋਂ ਗੱਲ ਆਉਂਦੀ ਹੈ ਕਰੀਏ, ਤੇ ਤਾਂ ਔਰਤਾਂ ਦੀ ਜਿਹੜੀ ਗਿਣਤੀ ਹੈ ਉਹ ਬਹੁਤ ਥੋੜ੍ਹੀ ਹੋ ਜਾਂਦੀ ਹੈ। ਐਜ਼ ਏ ਵੋਟਰ ਉਹਨਾਂ ਨੂੰ ਲੁਭਾਉਣ ਵਾਸਤੇ 1000 ਰੁਪਇਆ 2000 ਰੁਪਇਆ ਦੇ ਰਹੇ ਹੈ, ਫਿਰ ਉਹਨਾਂ ਨੂੰ ਸੰਬੋਧਿਤ ਵੀ ਸ਼ਬਦਾਂ ਨਾਲ ਕਈ ਵਾਰੀ ਕੀਤਾ ਜਾਂਦਾ ਕਿ ਸਾਡੀਆਂ ਛੋਟੀਆਂ ਭੈਣਾਂ, ਸਾਡੀਆਂ ਮਾਤਾਵਾਂ। ਉਸੇ ਤਰੀਕੇ ਦੇ ਨਾਲ ਜੇ ਆਪਾਂ ਗੱਲ ਕਰੀਏ, ਪਰ ਦੂਜੇ ਪਾਸੇ ਨਾ ਕਰਦੇ ਜਿਹੜੇ ਵਿਚਾਰ, ਹਾਂਜੀ। ਤੇ ਦੂਸਰੀ ਗੱਲ ਇਹ ਹੈਗਾ ਕਿ ਕੁਝ ਕੁ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੇ ਜਿਹੜੇ ਵੱਡੇ ਵੱਡੇ ਜਿਹਨੂੰ ਕਹਿ ਸਕਦੇ ਹਾਂ ਕਿ ਕੈਂਡੀਡੇਟਸ ਜਿਹੜੇ ਨੇ ਜਾਂ ਉਮੀਦਵਾਰ ਜਿਹੜੇ ਨੇ ਉਹ ਲੱਗੇ ਹੋਏ ਨੇ ਲੀਡਰ ਆਪਸ 'ਚ ਖੁੜਬਣ ਵਾਸਤੇ। ਉੱਥੇ ਕਿਸ ਤਰੀਕੇ ਨਾਲ ਤੁਸੀਂ ਉਸ ਚੀਜ਼ ਨੂੰ ਦੇਖਦੇ ਹੋ? ਕਿਉਂਕਿ ਕੁਝ ਕੁ ਕੈਂਡੀਡੇਟਸ ਦੀ ਜੇ ਆਪਾਂ ਮਰਦਾਂ ਦੀ ਗੱਲ ਕਰੀਏ ਤੇ ਸ਼ਬਦਾਵਲੀ ਜਿਹੜੀ ਹੈਗੀ ਹੈ ਉਹ ਵੀ ਆਪਣੇ ਆਪ ਦੇ ਵਿੱਚ ਸਵਾਲ ਕਿਤੇ ਨਾ ਕਿਤੇ ਖੜੇ ਕਰ ਰਹੀ ਹੈ। ਬਿਲਕੁਲ ਬਿਲਕੁਲ। ਅਸੀਂ ਹਮੇਸ਼ਾ ਹੀ ਜਿਹੜੀ ਬਹੁਤ ਸਾਰੀ ਸ਼ਬਦਾਵਲੀ, ਮੈਂ ਸਾਰੀਆਂ ਪਾਰਟੀਆਂ ਦੇ ਹੀ ਲੋਕਾਂ ਨੂੰ ਕਹਾਂਗੀ, ਸਾਰੀਆਂ ਪਾਰਟੀਆਂ ਦੇ ਜਿਹੜੇ ਲੀਡਰ ਨੇ, ਜਿਹੜੇ ਪ੍ਰੈਜ਼ੀਡੈਂਟ, ਸੈਕਟਰੀ ਜਾਂ ਜਿਹੜੇ ਉਹਨਾਂ ਦੇ ਚਿਹਰੇ ਨੇ ਪਾਰਟੀਆਂ ਦੇ, ਉਹ ਇੰਨੇ ਕੁ ਜਿਹੜਾ ਹੈ ਅਸੰਵੇਦਨਸ਼ੀਲ ਨੇ। ਉਹਨਾਂ ਦੀ ਸੰਵੇਦਨਾ ਨਹੀਂ ਹੈ ਕਿ ਅਸੀਂ ਸ਼ਬਦ ਕਿਹੜਾ ਵਰਤ ਰਹੇ ਹਾਂ। ਪਿਛਲੇ ਦਿਨਾਂ ਦੇ ਵਿੱਚ 2 ਪਾਰਟੀਆਂ ਦੇ ਵਿੱਚ ਇਹ ਦੌੜ ਲੱਗੀ ਰਹੀ ਕਿ ਜੀ ਉਹਨਾਂ ਦਾ ਤਾਂ ਦੁੱਲਾ ਹੀ ਕੋਈ ਨਹੀਂ ਹੈ, ਉਹ ਬਰਾਤ ਤਾਂ ਹੈਗੀ ਹੈ। ਦੂਸਰਿਆਂ ਨੇ ਕਿਹਾ ਹੁਣ ਸਾਡੀ ਬਰਾਤ ਵੀ ਹੈ, ਅਸੀਂ ਦੁੱਲਾ ਪੇਸ਼ ਕਰਤਾ, ਹੁਣ ਦੱਸੋ ਜੀ ਤੁਹਾਡਾ ਦੁੱਲਾ ਕਿਹੜਾ, ਤੁਸੀਂ 5 ਦੁੱਲੇ ਹੋ। ਇਹ ਜਿਹੜੀ ਗੱਲ ਹੈ ਇਹ ਇੰਨੀ ਕੁ ਜ਼ਿਆਦਾ ਜਿਹੜੀ ਇਨਸੈਂਸਿਟਿਵ ਹੈ, ਘਾਤਕ ਹੈ, ਅਤੇ ਇਹ ਪੰਜਾਬ ਦੇ ਲਈ ਸਾਹਿਤਕ ਭਾਸ਼ਾ ਨਹੀਂ ਹੈ, ਸਤਿਕਾਰਯੋਗ ਭਾਸ਼ਾ ਨਹੀਂ ਹੈ। ਕੀ ਪੰਜਾਬ ਕੋਈ ਕੁੜੀ ਹੈ ਜਿਹਨੂੰ ਵਿਆਹੁਣ ਜਾਣਾ ਹੈ? ਜਾਂ ਜਿਹੜੇ ਇਹ ਪਾਰਟੀਆਂ ਦੇ ਲੀਡਰ ਨੇ ਇਹ ਜਿਹੜੇ ਦੁੱਲੇ ਨੇ, ਵਿਆਹੁਣ ਚੱਲੇ ਨੇ? ਇਹ ਮਤਲਬ ਇਹ ਇੰਨੀ ਕੁ ਸਾਹਿਤਕ, ਮੈਂ ਪੂਰੀ ਤਰ੍ਹਾਂ ਇਸ ਗੱਲ ਨੂੰ ਆਬਜੈਕਟ ਕਰਦੀ ਹਾਂ ਔਰ ਇਸ ਨੂੰ ਰੱਦ ਕਰਦੀ ਹਾਂ। ਔਰ ਇਹਦੇ 'ਤੇ ਸਾਡਾ ਔਰਤਾਂ ਦਾ, ਖਾਸ ਕਰਕੇ ਮੈਂ ਭਾਰਤੀਆ ਮਹਿਲਾ ਫੈਡਰੇਸ਼ਨ ਦੇ ਵਿੱਚ ਐਜ ਏ ਨੈਸ਼ਨਲ ਸੈਕਟਰੀ ਕੰਮ ਕਰ ਰਹੀ ਹਾਂ, ਅਤੇ ਅਸੀਂ ਆਪਣੀ ਆਰਗੇਨਾਈਜੇਸ਼ਨ ਵੱਲੋਂ ਇਸ ਦਾ ਪੁਰਜ਼ੋਰ ਖੰਡਨ ਕਰਦੇ ਹਾਂ, ਨਿੰਦਾ ਕਰਦੇ ਹਾਂ ਇਹੋ ਜਿਹੇ ਜਿਹੜੇ ਸਾਡੇ ਇਹ ਸ਼ਬਦ ਵਰਤਦੇ ਨੇ। ਸੋ ਜੇਕਰ ਸਾਡੇ ਲੀਡਰ ਜਿਨ੍ਹਾਂ ਨੇ ਅੱਗੇ MLA ਬਣਨਾ ਹੈ, MP ਬਣਨਾ ਹੈ, ਅੱਗੇ ਜਾ ਕੇ ਉਹਨਾਂ ਨੇ ਮਿਨਿਸਟਰੀ 'ਚ ਆਉਣਾ ਔਰ ਸਾਡੇ ਪੰਜਾਬ ਦੇ ਫੈਸਲੇ ਕਰਨੇ ਨੇ, ਅਗਰ ਉਹ ਸੈਂਸਿਟਿਵ ਨਹੀਂ ਹੈ ਤੇ ਉਹ ਕਿੰਨੇ ਕੁ ਔਰਤਾਂ ਪ੍ਰਤੀ ਸੰਵੇਦਨਸ਼ੀਲ ਹੋਣਗੇ, ਸਾਡੇ ਰਿਸ਼ਤਿਆਂ ਪ੍ਰਤੀ ਕਿੰਨੇ ਹੋਣਗੇ। ਸੋ ਇਸ ਕਰਕੇ ਮੈਂ ਇਹ ਕਹਾਂਗੀ ਕਿ ਇਸ ਤਰ੍ਹਾਂ ਦੇ ਜਿਹੜੇ ਸੰਵੇਦਨਾਹੀਣ ਸਾਡੇ ਲੀਡਰ ਨੇ ਉਹਨਾਂ ਨੂੰ ਰੱਦ ਕਰਨਾ ਚਾਹੀਦਾ। ਜ਼ਿਆਦਾਤਰ ਮੈਮ ਜੇ ਆਪਾਂ ਨਜ਼ਰ ਮਾਰ ਕੇ ਦੇਖੀਏ ਤਾਂ ਵੈਸੇ ਤਾਂ ਆਪਾਂ ਕਿਸੇ ਮਤਲਬ ਪਾਰਟੀ ਦੇ ਪੱਖ ਨਹੀਂ ਲੈ ਰਹੇ, ਕਿਸੇ ਉਹ ਨਹੀਂ ਲੈ ਸਕਦੇ, ਕਿਉਂਕਿ ਮੈਂ ਖਾਸ ਕਰਕੇ ਜੇ ਗੱਲ ਕਰਾਂ ਅਸੀਂ ਤਾਂ ਜਰਨਲਿਸਟ ਹੈਗੇ ਹਾਂ, ਤੁਸੀਂ ਵੀ ਨਹੀਂ, ਤੁਸੀਂ ਤੁਹਾਡੇ ਕੰਸਰਨ ਸਬਜੈਕਟਸ ਦੇ ਨਾਲ ਹੋ ਸਕਦੇ ਹੈ, ਤੁਹਾਡੇ ਮਤਲਬ ਆਪਣੇ ਬੀਇੰਗ ਦੇ ਨਾਲ, ਕਿਉਂਕਿ ਔਰਤ ਹੋਣ ਦੇ ਨਾਤੇ ਹੋ ਸਕਦੇ ਹੈ, ਡੈਫੀਨੇਟਲੀ ਹੋਣੇ ਵੀ ਚਾਹੀਦੇ ਆ। ਜੇ ਉੱਥੇ ਆਪਾਂ ਗੱਲ ਕਰੀਏ ਤਾਂ ਪਾਰਟੀਆਂ ਪੰਜਾਬ 'ਚ ਜਿਹੜੀਆਂ ਨੇ ਉਹ ਦਿੱਲੀ ਤੋਂ ਆਈ ਪਾਰਟੀ ਆਮ ਆਦਮੀ ਪਾਰਟੀ ਨੂੰ ਤਾਂ ਕਹਿੰਦੇ ਰਹੇ ਹੈ ਵੀ ਤੁਹਾਡੀ ਉੱਥੇ ਵਿਧਾਨ ਸਭਾ ਦੇ ਵਿੱਚ ਕਿੰਨੀਆਂ ਕੁ ਔਰਤਾਂ ਨੇ ਜਿਹੜੀਆਂ ਕਿ ਉਹਨਾਂ ਨੂੰ ਤੁਸੀਂ ਜਗ੍ਹਾ ਦਿੱਤੀ ਹੈ, ਕੋਈ ਮੰਤਰੀ ਨੇ ਤੁਹਾਡੀ ਕੈਬਨਿਟ ਦੇ ਵਿੱਚ, ਕਿੰਨੇ ਕਿਸ ਤਰੀਕੇ ਦੇ ਨਾਲ ਮੰਤਰੀ ਨਹੀਂ ਬਣਾਏ ਤੁਸੀਂ। ਉਸ ਤਰੀਕੇ ਦੇ ਨਾਲ ਹੁਣ ਇਹਨਾਂ ਨੇ ਕੈਂਡੀਡੇਟਸ ਹੀ ਜਿਹੜੇ ਨੇ, ਦੇਖੋ ਤੁਸੀਂ ਸਾਰੀਆਂ ਪਾਰਟੀਆਂ ਦੇ ਪੋਲੀਟਿਕਸ ਹੀ ਇਸ ਟਾਈਮ ਕਿਸੇ ਹੋਰ ਪਾਸੇ ਘੁੰਮ ਰਹੀ ਹੈ, ਉਹਦਾ ਮੁਹਾਂਦਰਾ ਹੀ ਕੁਝ ਹੋਰ ਹੋਇਆ ਪਿਆ, ਪਰ ਔਰਤਾਂ ਦੀ ਸ਼ਮੂਲੀਅਤ ਨੂੰ ਲੈ ਕੇ ਜੇ ਦੇਖਿਆ ਜਾਏ ਤਾਂ ਮੰਨਫੀ ਦਿਖਾਈ ਦੇ ਰਿਹਾ। ਜੀ ਬਿਲਕੁਲ, ਤੁਸੀਂ ਬਿਲਕੁਲ ਠੀਕ ਕਿਹਾ ਬਿੰਦੂ ਜੀ ਕਿ ਪਹਿਲੀ ਗੱਲ ਤਾਂ ਓਵਰਆਲ ਆਫਟਰ 47 ਸਾਡੀਆਂ ਸਾਰੀਆਂ ਪਾਰਟੀਆਂ ਦੇ ਵਿੱਚ ਔਰਤਾਂ ਨੂੰ ਜਿਹੜੀ ਨੁਮਾਇੰਦਗੀ ਦੇਣੀ ਹੈ, ਕੈਂਡੀਡੇਟ ਖੜੇ ਕਰਨੇ ਆ, ਉਹਦੇ 'ਚ ਉਹਨਾਂ ਦੀ ਪ੍ਰਵਿਰਤੀ ਬੜੀ ਹਾਂਦਰੂ ਹੈ। ਜੇਕਰ ਕਿਧਰੇ ਦਿੱਤੀਆਂ ਵੀ ਜਾਂਦੀਆਂ ਨੇ, ਉਹ ਪਹਿਲਾਂ ਵਿਰਾਸਤ ਦੇ ਵਿੱਚ ਅਸੀਂ ਉਹਨਾਂ ਨੂੰ ਵਿਰਾਸਤੀ ਜਿਹੜੀਆਂ ਟਿਕਟਾਂ ਕਹਿੰਦੇ ਆ, ਉਹ ਵਿਰਾਸਤ ਜਿਨ੍ਹਾਂ ਦੇ ਪਿਓ, ਪਤੀ ਜਾਂ ਜਿਹੜਾ ਉਹਨਾਂ ਦਾ ਸਹੁਰਾ ਪਰਿਵਾਰ, ਪੇਕਾ ਪਰਿਵਾਰ ਉਹਦੇ 'ਚ ਹੁੰਦਾ, ਅਤੇ ਉਹ ਆਪਣੇ ਘਰ ਦੇ ਵਿੱਚੋਂ ਉਹ ਜਾਣ ਨਹੀਂ ਦੇਣਾ ਚਾਹੁੰਦੇ, ਅਤੇ ਇਸ ਕਰਕੇ ਔਰਤਾਂ ਨੂੰ ਇਹ ਉਹਦੇ ਵਿੱਚ ਆ ਜਾਂਦੇ ਨੇ। ਅਤੇ ਉਸ ਗੱਲ ਤੋਂ ਬਚਣ ਲਈ ਸਾਡੀਆਂ ਹੁਣ ਪਿਛਲੇ ਕੁਝ 2-3 ਇਲੈਕਸ਼ਨਾਂ ਦੇ ਵਿੱਚ ਜਿਹੜੇ ਪਹਿਲਾਂ ਜਿਨ੍ਹਾਂ ਦੇ ਰਾਜਨੀਤਿਕ ਬੈਕਗਰਾਊਂਡ ਨਹੀਂ ਸੀ ਪਰਿਵਾਰਾਂ ਦੀ, ਉਹਨਾਂ 'ਚ ਔਰਤਾਂ ਆਈਆਂ, ਪਰ ਜਿਸ ਵੱਡੀ ਗਿਣਤੀ ਦੇ ਵਿੱਚ ਅਸੀਂ 33% ਦੀ ਡਿਮਾਂਡ ਕਰ ਰਹੇ ਹਾਂ ਅਸੈਂਬਲੀਜ਼ ਅਤੇ ਪਾਰਲੀਮੈਂਟ 'ਚ, ਅਸੀਂ ਨਾਲ ਦੀ ਨਾਲ ਇਹ ਗੱਲ ਕਰ ਰਹੇ ਹਾਂ ਕਿਉਂਕਿ ਇਸ ਸਾਲ, ਪਿਛਲੇ ਸਾਲ ਜਿਹੜਾ 33% ਰਿਜ਼ਰਵੇਸ਼ਨ ਵਾਲਾ ਬਿੱਲ ਹੈ ਉਹ ਲੋਕ ਸਭਾ ਦੇ ਲਈ ਸਿਲੈਕਟ ਕਮੇਟੀ ਦੇ ਵਿੱਚ ਪਿਆ ਹੋਇਆ 25 ਸਾਲ ਹੋ ਗਏ।
1996 ਦੇ ਵਿੱਚ ਉਹ ਪੇਸ਼ ਹੋਇਆ ਸੀ। ਗੀਤਾ ਮੁਖਰਜੀ ਸੀ MP ਜਿਹੜੇ ਵੈਸਟ ਬੰਗਾਲ ਤੋਂ, ਉਹਨਾਂ ਨੇ ਪੇਸ਼ ਕੀਤਾ ਸੀ। ਅਸੀਂ ਪਿਛਲੇ ਸਾਲ ਜਦੋਂ ਇਹ ਕਿਹਾ, ਉਦੋਂ ਸਾਰੀਆਂ ਪਾਰਟੀਆਂ ਦੇ ਅਨਅਫੀਸ਼ੀਅਲੀ ਸਾਡੇ ਕੋਲ ਆ ਕੇ ਕਹਿ ਕੇ ਗਏ ਕਿ ਅਸੀਂ ਇਸ ਦੇ ਹੱਕ 'ਚ ਹੈ। ਜਦੋਂ BJP ਜਿਹੜੀ ਸੀ, ਸਾਡੇ ਵਿਰੋਧੀ ਪਾਰਟੀ ਸੀ, ਉਹ ਕਹਿੰਦੇ ਅਸੀਂ ਆਵਾਂਗੇ ਤੇ ਅਸੀਂ 33% ਰਿਜ਼ਰਵੇਸ਼ਨ ਕਰਾਂਗੇ। ਉਹ ਅਜੇ ਤੱਕ ਨਹੀਂ ਹੋਈ। ਫਿਰ ਅਸੀਂ ਪਾਰਟੀਆਂ ਨੂੰ ਕਿਹਾ ਕਿ ਤੁਸੀਂ ਪਾਰਟੀ ਦੇ ਤੌਰ 'ਤੇ ਇਹਨਾਂ ਨੂੰ ਜਿਹੜੀ ਹੈ ਪ੍ਰਤੀਨਿਧਤਾ ਦਿਓ। ਉਹ ਵੀ ਨਹੀਂ ਹੋਇਆ। ਹੁਣ ਜਦੋਂ ਅਸੀਂ ਪੰਜਾਬ ਦੀਆਂ ਇਲੈਕਸ਼ਨਾਂ ਦੇ ਅਤੇ ਖਾਸ ਕਰਕੇ UP ਦੀਆਂ ਇਲੈਕਸ਼ਨਾਂ ਦੇ ਸੰਦਰਭ 'ਚ ਦੇਖਦੇ ਹਾਂ, ਉਹਦੇ ਵਿੱਚ ਸਾਡੀਆਂ ਔਰਤਾਂ ਦੀ 33% ਪ੍ਰਤੀਨਿਧਤਾ ਵੀ ਨਹੀਂ ਦਿੱਤੀ ਗਈ ਅਤੇ ਕਿਹਾ ਇਹ ਜਾਂਦਾ ਹੈ ਕਿ ਉਹ ਸਕਸੈਸ ਰੇਟ ਉਹਨਾਂ ਦਾ ਘੱਟ ਹੈ। ਜਦੋਂ ਕਿ 2014 ਦੀਆਂ ਅਤੇ 2007 ਦੀਆਂ ਜਿਹੜੀਆਂ ਸਾਡੀਆਂ ਇਲੈਕਸ਼ਨਾਂ ਸੀ, 2002 ਦੀਆਂ, 2007 ਦੀਆਂ, ਫਿਰ 2009 ਦੀਆਂ ਇਲੈਕਸ਼ਨਾਂ ਜਿਹੜੀਆਂ ਸਾਡੀਆਂ ਆਈਆਂ ਅਤੇ 14, ਉਹਦੇ 'ਚ ਇਹ ਆਂਕਿਆ ਗਿਆ ਕਿ ਸਕਸੈਸ ਰੇਟ ਔਰਤਾਂ ਦਾ ਘੱਟ ਨਹੀਂ ਹੈ। ਜਿੰਨੀਆਂ ਉਹਨਾਂ ਨੂੰ ਖੜੀਆਂ ਕੀਤੀਆਂ ਜਾਂਦੀਆਂ ਉਸ ਦੇ ਮੁਕਾਬਲੇ ਆਦਮੀਆਂ ਨਾਲ ਸਕਸੈਸ ਰੇਟ ਜ਼ਿਆਦਾ ਹੈ। ਪਰ ਜਦੋਂ ਉਹਨਾਂ ਨੂੰ ਟਿਕਟਾਂ ਹੀ ਘੱਟ ਦਿੱਤੀਆਂ ਜਾਂਦੀਆਂ ਅਤੇ ਹੁਣ ਪੰਜਾਬ ਦੀ ਆਪਾਂ ਜੇ ਗੱਲ ਕਰੀਏ, ਸਾਰੀਆਂ ਪਾਰਟੀਆਂ ਨੇ 10%, ਮੇਰਾ ਨਹੀਂ ਖਿਆਲ, ਮੈਂ ਹੁਣ ਕਿਉਂਕਿ ਮੇਰੇ ਕੋਲ ਉਸ ਤਰ੍ਹਾਂ ਦਾ ਹਜੇ ਪੂਰਾ ਅੰਕੜਾ ਨਹੀਂ, ਜਿੰਨਾ ਕਿ ਮੈਂ ਰਫਲੀ ਇਹਨੂੰ ਐਨਾਲਿਸਿਸ ਕੀਤਾ, 10% ਔਰਤਾਂ ਵੀ ਸਾਡੀਆਂ ਕੈਂਡੀਡੇਚਰ 'ਚ ਨਹੀਂ ਹੈ। ਮੈਂ ਇਹ ਨਹੀਂ ਗੱਲ ਕਹਿ ਰਹੀ ਕਿ ਜਿਹੜੀਆਂ ਔਰਤਾਂ ਹੀ ਔਰਤਾਂ ਦੀ ਗੱਲ ਕਰਨਗੀਆਂ ਅਸੈਂਬਲੀ 'ਚ ਜਾ ਕੇ, ਉਹ ਪਰ ਜੇ ਔਰਤਾਂ ਦੀ ਪ੍ਰਤੀਨਿਧਤਾ ਉੱਥੇ ਦਿਖਾਈ ਦੇਗੀ, ਉਹਨਾਂ ਦੀ ਇੱਕ ਉਹਨਾਂ ਦੀ ਪ੍ਰੈਜੈਂਸ ਹੋਏਗੀ ਅਤੇ ਉਹਦੇ ਨਾਲ ਬਹੁਤ ਸਾਰੇ ਹਾਲਾਤ ਬਦਲਦੇ ਨੇ। ਨਹੀਂ ਤਾਂ ਤੁਹਾਨੂੰ ਪਤਾ ਪੰਜਾਬ ਦੀ ਅਸੈਂਬਲੀ ਦੇ ਵਿੱਚ ਵੀ ਅਤੇ ਪਾਰਲੀਮੈਂਟ 'ਚ ਵੀ, ਉਹਦੇ 'ਚ ਗਾਲਾਂ, ਇੱਕ ਦੂਜੇ ਦੇ ਕੁਰਸੀਆਂ ਮਾਰਨੀਆਂ, ਇੱਥੋਂ ਤੱਕ ਸਾਡਾ ਨਿਗਾਰ ਹੋ ਚੁੱਕਿਆ ਸਾਡੇ ਜਿਹੜੇ ਲੈਜਿਸਲੇਚਰ ਦੇ ਵਿੱਚ। ਅਤੇ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਜਿੰਨੀ ਦੇਰ ਤੱਕ ਜਿਹੜੇ ਔਰਤਾਂ ਨੂੰ ਆਪਣੀ ਅਸੈਂਬਲੀ 'ਚ, ਪਾਰਲੀਮੈਂਟ 'ਚ, ਜਾਂ ਸਾਡੀਆਂ ਜਿਹੜੇ ਹੋਰ ਔਰਗਨਾਈਜੇਸ਼ਨ ਜਿਹੜੀਆਂ ਸਾਡੀਆਂ ਨੇ, ਇੰਸਟੀਟਿਊਸ਼ਨਸ ਨੇ, ਡਿਫਰੈਂਟ ਇੰਸਟੀਟਿਊਸ਼ਨ ਨੇ, ਪਬਲਿਕ ਐਂਡ ਪ੍ਰਾਈਵੇਟ, ਅਗਰ ਉੱਥੇ ਉਹਨਾਂ ਦੀ ਪ੍ਰੈਜ਼ੈਂਸ ਸ਼ੋ ਨਹੀਂ ਹੋ ਰਹੀ, ਉਨੀ ਦੇਰ ਤੱਕ ਉਹਨਾਂ ਦੀ ਬਰਾਬਰ ਦੀ ਭਾਗੀਦਾਰੀ ਨਹੀਂ ਆਂਕੀ ਜਾ ਸਕਦੀ। ਮੈਮ, ਤੁਸੀਂ ਬੜੀ ਇੰਟਰਸਟਿੰਗ ਗੱਲ ਕੀਤੀ ਹੈ। ਉਹਦੇ ਵਿੱਚੋਂ ਇੱਕ ਯਾਦ, ਆਪਾਂ ਥੋੜ੍ਹੇ ਦੇਰ ਸਾਲ ਪਿੱਛੇ ਚਲੇ ਜਾਈਏ ਅਤੇ ਆਪਾਂ ਨੂੰ ਯਾਦ ਆਉਂਦਾ ਕਿਸਾਨੀ ਮੋਰਚਾ। ਦਿੱਲੀ ਦੀਆਂ ਬਰੂਹਾਂ 'ਤੇ ਜਾ ਕੇ ਜਦੋਂ ਕਿਸਾਨ ਬੈਠੇ, ਉਹਨਾਂ ਨੇ ਆਵਾਜ਼ ਮਾਰ ਕੇ ਕਹੀ ਸੀ ਕਿ ਔਰਤਾਂ ਦੀ ਵੀ ਸ਼ਮੂਲੀਅਤ ਇੱਥੇ ਜ਼ਰੂਰੀ ਹੈ। ਉੱਥੇ ਔਰਤਾਂ ਕਿਸ ਤਰੀਕੇ ਨਾਲ ਗਈਆਂ, ਉਹ ਤੁਹਾਨੂੰ ਪਤਾ, ਤੁਸੀਂ ਖੁਦ ਮੋਰਚਿਆਂ ਦੇ ਵਿੱਚ ਜਾਂਦੇ ਰਹੇ ਹੋ। ਅਸੀਂ ਵੀ ਜਾ ਕੇ ਉੱਥੇ ਦੇਖਿਆ ਕਿਸ ਤਰੀਕੇ ਦੇ ਨਾਲ ਉੱਥੇ ਬੈਠ ਕੇ ਉਹਨਾਂ ਨੇ ਸਿਰਫ ਆਪਣੇ ਸਟੇਜਾਂ ਹੀ ਨਹੀਂ, ਮਤਲਬ ਉੱਥੇ ਹੀ ਨਹੀਂ, ਆਪਣਿਆਂ ਨੂੰ ਦਮਖਮ ਦੇ ਨਾਲ ਆਪਣੀ ਪ੍ਰੈਜ਼ੈਂਸ ਔਰਤਾਂ ਨੇ ਦਿੱਤੀ। ਬਸ ਉਸ ਦੇ ਬਾਵਜੂਦ ਜਿਹੜੇ ਨੇ ਉਹਨਾਂ ਨੇ ਬੈਕ 'ਤੇ ਵੀ ਉਹਨਾਂ ਨੂੰ ਬੈਕਿੰਗ ਵੀ ਦਿੱਤੀ, ਜਿੱਥੇ ਆਪਾਂ ਕਹੀਏ ਕਿ ਚਾਹੇ ਲੰਗਰ ਪ੍ਰਸ਼ਾਦੇ ਦੀ ਗੱਲ ਹੋਵੇ, ਜਿੱਥੇ ਮੋਰਲ ਉਹਨਾਂ ਨੂੰ ਸਪਿਰਿਟ ਦੀ ਗੱਲ ਹੋਵੇ, ਇਸ ਤਰੀਕੇ ਦੀ ਜਿਹੜੀ ਸੀਗੀ ਉਹ ਵੀ ਉਹਨਾਂ ਨੂੰ, ਮਤਲਬ ਕਿ ਇੱਕ ਹਿੰਮਤ ਵਧਾਉਣ ਦੀ ਗੱਲ ਵੀ ਉੱਥੇ ਔਰਤਾਂ ਨੇ, ਘਰ ਦੀਆਂ ਔਰਤਾਂ ਨਿਕਲ ਕੇ ਘੁੰਡ 'ਚੋਂ ਵੀ ਆਈਆਂ ਹੋਣਗੀਆਂ, ਜਾਂ ਜਿਹੜੀਆਂ ਵਿਚਾਰੀਆਂ ਘਰ ਦੇ ਚੁੱਲ੍ਹੇ ਤੱਕ ਹੀ ਸੀਗੀਆਂ ਉਹ ਵੀ ਆਈਆਂ ਸੀਗੀਆਂ। ਔਰ ਸਾਡੀਆਂ ਮਾਤਾਵਾਂ ਵੀ, ਤੁਸੀਂ ਉੱਥੇ ਦੇਖਿਆ ਸੀ ਕਿਸ ਤਰੀਕੇ ਦੇ ਨਾਲ, ਕਿਸ ਮਤਲਬ ਤਰੀਕੇ ਦੇ ਨਾਲ ਉੱਥੇ ਗੱਲ ਕਰਦੀਆਂ ਸੀ, ਕਿਸ ਤਰੀਕੇ ਨਾਲ ਉਹਨਾਂ ਨੇ ਅੱਗੇ ਹੋ ਕੇ ਆਡਾ ਵੀ ਲਿਆ। ਉੱਥੇ ਗੱਲ ਕਰੀਏ, ਜਦੋਂ ਇੱਕ ਕਿਸਾਨਾਂ ਦਾ ਜਦੋਂ ਪਾਰਲੀਮੈਂਟ ਲੱਗੀ ਸੀਗੀ, ਤੁਸੀਂ ਐਜ਼ ਏ ਡਿਪਟੀ ਸਪੀਕਰ ਗਏ ਸੀਗੇ, ਉੱਥੇ ਔਰਤਾਂ ਦੀ ਖਾਸ ਕਰਕੇ ਸੀਗੀ, ਅਤੇ ਤੁਹਾਨੂੰ ਉਸ ਤਰੀਕੇ ਦੇ, ਉਸ ਸੰਦਰਭ ਦੇ ਵਿੱਚ ਜਦੋਂ ਉਹੀ ਕਿਸਾਨਾਂ ਦੀਆਂ ਜਥੇਬੰਦੀਆਂ ਵਾਪਸ ਆਉਂਦੀਆਂ ਅਤੇ ਉਹਨਾਂ ਨੇ ਮੋਰਚਾ, ਜਿਹੜਾ ਪਾਰਟੀ ਮੋਰਚੇ ਤੋਂ ਪਾਰਟੀ ਬਣਾਈ, ਇੱਕ ਸੰਯੁਕਤ ਜਿਹੜੀ ਸਮਾਜ ਮੋਰਚਾ ਬਣਾਇਆ, ਜਦੋਂ ਉਸ ਦੇ ਵਿੱਚ ਜਾ ਕੇ ਫਿਰ ਕਿੱਥੇ ਭੁੱਲ ਗਏ ਉਹਨਾਂ ਬੀਬੀਆਂ ਨੂੰ? ਜੀ ਬਿਲਕੁਲ, ਤੁਸੀਂ ਠੀਕ ਗੱਲ ਕਹਿ ਰਹੇ ਹੋ। ਸੰਯੁਕਤ ਸਮਾਜ ਮੋਰਚਾ ਜਿਹੜਾ ਹੈ, ਇੱਕ ਪਾਰਟੀ ਦੇ ਤੌਰ 'ਤੇ, ਜਿਹੜੀ ਕਿ ਕਿਸਾਨ ਅੰਦੋਲਨ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ, ਉਹ ਪਿਛਲੇ ਦਿਨਾਂ ਦੇ ਵਿੱਚ ਅਮਰਜ ਹੋਈ ਹੈ। ਅਤੇ ਉਹਨਾਂ ਨੇ ਵੀ ਔਰਤਾਂ ਨੂੰ ਉਹ 33%, 30%, 20% ਟਿਕਟਾਂ ਨਹੀਂ ਦਿੱਤੀਆਂ। ਉਹਨਾਂ ਬਾਰੇ ਵੀ ਅਸੀਂ ਇਹ ਕਹਾਂਗੇ ਕਿ ਉਹਨਾਂ ਨੇ ਕੋਈ ਰੋਲ ਮਾਡਲ, ਕੋਈ ਇੱਕ ਪ੍ਰੈਸੀਡੈਂਟ ਜਿਹੜਾ ਹੈ ਦੂਸਰੀਆਂ ਪਾਰਟੀਆਂ ਦੇ ਸਾਹਮਣੇ ਖੜਾ ਕਰਨਾ ਸੀ, ਔਰਤਾਂ ਦੇ ਸੰਦਰਭ ਦੇ ਵਿੱਚ ਉਹ ਨਹੀਂ ਖੜਾ ਕੀਤਾ। ਉਹਨਾਂ ਨੇ ਵੀ ਔਰਤਾਂ ਨੂੰ ਬਹੁਤ ਘੱਟ ਟਿਕਟਾਂ ਦਿੱਤੀਆਂ। ਮੇਰਾ ਖਿਆਲ ਹੈ ਕਿ ਟੋਟਲ ਜਿਹੜੀਆਂ 10 ਔਰਤਾਂ ਤੋਂ ਜ਼ਿਆਦਾ ਨਹੀਂ ਦਿੱਤੀਆਂ, 117 ਦੇ ਵਿੱਚੋਂ, ਜਿਹੜੀਆਂ 10% ਵੀ ਨਹੀਂ ਬਣਦੀਆਂ। ਮੈਂ ਮਤਲਬ ਆਮ ਸੌਰੀ, ਮੈਨੂੰ ਐਗਜ਼ੈਕਟ ਅੰਕੜਾ ਜਿਹੜਾ ਅਸੀਂ ਅਗਲੇ ਦਿਨਾਂ 'ਚ ਗੱਲ ਕਰ ਸਕਦੇ ਹਾਂ ਇਹਦੀ ਚੀਰ ਫਾੜ। ਦੂਸਰੀ ਵੱਡੀ ਗੱਲ ਜਿਹੜੀ ਤੁਸੀਂ ਉਠਾਈ ਹੈ ਕਿ ਮੋਰਚੇ ਦੇ ਵਿੱਚ ਔਰਤਾਂ ਪਹਿਲੀ ਵਾਰੀ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਈਆਂ। ਜਨ ਸੰਸਦ 2 ਦਿਨ ਚੱਲੀ, ਜਿਸ ਦੇ ਵਿੱਚ ਮੈਂ ਵੀ ਸ਼ਾਮਲ ਹੋਈ, ਜਿਸ ਦੇ ਵਿੱਚ ਸਾਡੀਆਂ ਹਰਿਆਣਾ ਤੋਂ ਜਿਹੜੀਆਂ ਸਾਡੀਆਂ ਗ੍ਰਾਸ ਰੂਟ 'ਤੇ ਫਾਰਮਿੰਗ ਕਰ ਰਹੀਆਂ ਔਰਤਾਂ, ਉਹ ਵੀ ਸ਼ਾਮਲ ਹੋਈਆਂ। ਕਿ ਅਸੀਂ ਇਹ ਗੱਲ ਉਦੋਂ ਨਿਕਲ ਕੇ ਸਾਹਮਣੇ ਆਈ, ਇੱਕ ਸੋਸ਼ਲ ਚੇਂਜ ਦੀ, ਕਿ ਔਰਤਾਂ ਚੁੱਲ੍ਹੇ ਤੋਂ ਸੰਸਦ ਤੱਕ
ਜਾ ਸਕਦੀਆਂ, ਸੰਸਦ ਵੀ ਚਲਾ ਸਕਦੀਆਂ ਔਰ ਬੜੀ ਬਖੂਬੀ ਸੰਸਦ ਚਲਾਈ ਔਰਤਾਂ ਨੇ। ਪਰ ਜਦੋਂ ਕਿ ਸਾਡੀਆਂ ਸਾਰੀਆਂ ਪਾਰਟੀਆਂ ਦੇ ਜਿਹੜੇ ਲੀਡਰਸ ਨੇ, ਜਿਹੜੇ ਉਹਨਾਂ ਦੇ ਆਗੂ ਨੇ, ਜਿਨ੍ਹਾਂ ਨੇ ਚੋਣ ਕਰਨੀ ਆ ਟਿਕਟਾਂ ਦੀ ਜਾਂ ਜਿਹੜੀ ਸਾਡੀ ਕੈਂਡੀਡੇਟ ਚੁਣਨੇ ਨੇ, ਉਹ ਹਮੇਸ਼ਾ ਹੀ ਔਰਤਾਂ ਨੂੰ ਉਹਨਾਂ ਦਾ ਰਵੱਈਆ ਨਾ ਪੱਖੀ ਹੈ। ਉਹ ਔਰਤਾਂ ਨੂੰ ਸਿਰਫ ਆਪਣੇ ਬੀਬੀਆਂ, ਇਹ ਸਾਡੀਆਂ ਭੈਣਾਂ, ਇਹ ਸਾਡੀਆਂ ਮਾਤਾਵਾਂ ਨੇ, ਇਹ ਸਾਡੀਆਂ ਧੀਆਂ ਨੇ। ਇੱਕ ਔਰਤ ਧੀ, ਭੈਣ, ਮਾਂ ਹੋਣ ਦੇ ਨਾਤੇ ਇੱਕ ਇਨਸਾਨ ਵੀ ਹੈ। ਉਹ ਤੁਸੀਂ ਅੱਜ ਦੇ 21ਵੀਂ ਸਦੀ ਦੇ ਅਸੀਂ 2022 ਦੇ ਵਿੱਚ ਚਲੇ ਗਏ ਹਾਂ, ਉਹਦੀ ਕਾਬਲੀਅਤ ਨੂੰ ਤੁਸੀਂ ਘਟਾ ਕੇ ਪੇਸ਼ ਕਰ ਰਹੇ ਹੋ। ਕਿਸੇ ਵੀ ਪਾਰਟੀ ਦੇ ਲੀਡਰ ਨੂੰ ਕੌਂਸ਼ੀਅਸਲੀ ਹੋ ਕੇ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਸੀ, ਉਹਨਾਂ ਨੂੰ ਪ੍ਰਤੀਨਿਧਤਾ ਦੇਣੀ ਚਾਹੀਦੀ ਸੀ। ਅਤੇ ਪ੍ਰਤੀਨਿਧਤਾ ਦੇਣੀ ਆ ਅਤੇ ਫਿਰ ਹੀ ਔਰਤਾਂ ਦੇ ਮਸਲੇ ਅੱਗੇ ਉੱਠਣਗੇ। ਨਾ ਤਾਂ ਕਿਸਾਨ ਮੋਰਚੇ ਨੇ ਇਸ ਗੱਲ ਵੱਲ ਪਹਿਲ ਕੀਤੀ, ਨਾ ਦੂਸਰੀਆਂ ਪਾਰਟੀਆਂ ਨੇ। ਕਿਸਾਨ ਮੋਰਚੇ ਤੋਂ ਆਸ ਸੀ ਕਿ ਉਹ ਕੁਝ ਔਰਤਾਂ ਨੂੰ ਅੱਗੇ ਲਿਆਉਣਗੇ, ਕਿਉਂਕਿ ਔਰਤਾਂ ਦੀ ਬਹੁਤ ਵੱਡੀ ਸ਼ਮੂਲੀਅਤ ਸੀ, ਜਿਸ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਅੰਕਿਆ ਗਿਆ। ਜਿਸ ਦਿਨ 8 ਮਾਰਚ ਸੀ, 50,000 ਤੋਂ ਵੱਧ ਔਰਤਾਂ ਚਾਰਾਂ ਮੋਰਚਿਆਂ 'ਤੇ ਟਿੱਕਰੀ, ਸਿੰਘੂ, ਸ਼ਾਹਜਹਾਂਪੁਰ ਅਤੇ ਗਾਜ਼ੀਪੁਰ, ਚਾਰਾਂ ਮੋਰਚਿਆਂ ਦੇ ਉੱਤੇ ਉਹ ਔਰਤਾਂ 50,000 ਤੋਂ ਵੱਧ ਇਕੱਠੀਆਂ ਹੋਈਆਂ। ਫਿਰ ਉਹਨਾਂ ਨੇ ਉੱਥੇ ਇਹ ਨਹੀਂ ਹੈ ਕਿ ਉਹ ਇੰਟਲੈਕਚੁਅਲੀ ਉਹ ਜਿਹੜਾ ਮੁੱਖ ਮੁੱਦਾ ਸੀ, 3 ਸਾਡੇ ਖੇਤੀ ਬਿੱਲ ਸੀ, ਉਹਨਾਂ ਦੇ ਉੱਤੇ ਉਹਨਾਂ ਦੀ ਥਾਰੋ ਜਿਹੜੀ ਸੀ ਪਕੜ ਸੀ। ਫਿਰ ਉਹਨਾਂ ਨੇ 18 ਜਨਵਰੀ ਨੂੰ ਇੱਕ ਪੂਰਾ ਔਰਤ ਦਿਵਸ ਮਨਾਇਆ, ਕਿਸਾਨ ਦਿਵਸ, ਉਹਦੇ ਵਿੱਚ ਉਹਨਾਂ ਦੀ ਸ਼ਮੂਲੀਅਤ। ਫਿਰ ਔਰਤਾਂ ਸਾਡੀਆਂ 35 ਤੋਂ ਜ਼ਿਆਦਾ ਔਰਤਾਂ ਸ਼ਹੀਦ ਹੋ ਚੁੱਕੀਆਂ ਮੋਰਚੇ ਦੇ ਵਿੱਚ। ਅਸੀਂ ਇਸੇ ਸੰਦਰਭ ਦੇ ਵਿੱਚ 20 ਨਵੰਬਰ ਨੂੰ, ਤੁਸੀਂ ਵੀ ਉਸ ਨੂੰ ਕਵਰ ਕੀਤਾ ਸੀ, ਚੰਡੀਗੜ੍ਹ ਦੇ ਵਿੱਚ ਇੱਕ ਵੱਡੀ ਕਾਨਫਰੰਸ ਕੀਤੀ, ਜਿਹੜੀ ਹੈ ਇਨ ਦਾ ਸਪੋਰਟ ਆਫ ਦਾ ਫਾਰਮਿੰਗ ਜਿਹੜਾ ਹੈ ਐਕਟਸ। ਹਾਂਜੀ, ਵੂਮਨ ਫਾਰਮਰਸ ਇਕੱਠੀਆਂ ਹੋਈਆਂ, ਜਿਸ ਦੇ ਵਿੱਚ ਇੰਟਲੈਕਚੁਅਲ ਆਈਆਂ, ਸਾਡੀਆਂ ਟੀਚਰ ਆਈਆਂ, ਸਾਡੀਆਂ ਅਰਬਨ ਪੀਪਲ ਔਰਤਾਂ ਆਈਆਂ। ਅਤੇ ਉਹਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਜਦੋਂ ਤੱਕ ਤੁਸੀਂ ਔਰਤਾਂ ਦੀ ਕੰਟਰੀਬਿਊਸ਼ਨ ਨੂੰ ਰਜਿਸਟਰ ਨਹੀਂ ਕਰਦੇ, ਅੰਕਦੇ ਨਹੀਂ ਹੈ ਇੱਕ ਖਾਸ ਇੰਸਟੀਟਿਊਸ਼ਨ ਦੇ ਲੈਵਲ 'ਤੇ, ਇੱਕ ਔਰਗੇਨਾਈਜੇਸ਼ਨ ਦੇ ਲੈਵਲ 'ਤੇ, ਉਨੀ ਦੇਰ ਤੱਕ ਤੁਸੀਂ ਔਰਤਾਂ ਦੇ ਮਸਲਿਆਂ ਨੂੰ ਜਿਹੜਾ ਹੈ ਹੱਲ ਨਹੀਂ ਕਰ ਸਕਦੇ। ਫਾਰ ਐਗਜ਼ਾਮਪਲ, ਸਾਡੇ ਪੁਲਿਸਿੰਗ ਦੇ ਵਿੱਚ ਔਰਤਾਂ ਦਾ ਆਉਣਾ ਹੈ। ਸਾਡੇ ਚੀਫ ਜਸਟਿਸ ਸਾਹਿਬ ਨੇ ਪਿਛਲੇ 2-3 ਜਿਹੜੇ ਜਦੋਂ ਸਾਡੀਆਂ ਸੁਪਰੀਮ ਕੋਰਟ ਦੀਆਂ ਐਡਵੋਕੇਟਸ ਨੂੰ ਸੰਬੋਧਨ ਹੋ ਕੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਤੁਹਾਨੂੰ 50% ਲਈ ਲੜਨਾ ਚਾਹੀਦਾ। ਉਹਨਾਂ ਨੇ ਇਹ ਨਹੀਂ, ਅਸੀਂ 33% ਨਹੀਂ, ਉਹਨਾਂ ਨੇ ਕਿਹਾ 50% ਲਈ ਲੜਨਾ ਚਾਹੀਦਾ ਤੁਹਾਨੂੰ। ਸੋ ਇਸ ਕਰਕੇ ਕੁਝ ਸੈਂਸਿਟਿਵ ਲੋਕ ਇਹਨਾਂ ਗੱਲਾਂ ਵੱਲ ਧਿਆਨ ਦੇ ਰਹੇ ਹੈ। ਬਾਕੀ ਜਿਹੜਾ ਹੈ, ਅਸੀਂ ਉਹਨਾਂ ਦੀ ਜਿੰਨੀ ਦੇਰ ਤੱਕ ਹਰ ਸਫੀਅਰ ਦੇ ਵਿੱਚ ਸ਼ਮੂਲੀਅਤ ਨਹੀਂ ਹੋਏਗੀ ਅਤੇ ਔਰਤਾਂ ਦੀ ਭਾਗੀਦਾਰੀ ਔਰ ਉਹਨਾਂ ਦੇ ਕੰਮ ਨੂੰ ਰਜਿਸਟਰ ਨਹੀਂ ਕੀਤਾ ਜਾਏਗਾ। ਫਾਰ ਐਗਜ਼ਾਮਪਲ, ਔਰਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਚਨ ਦੇ ਵਿੱਚ, ਰਸੋਈ 'ਚ ਕੰਮ ਕਰਦੀਆਂ। ਇਹ ਇੰਨੀ ਅਣਕਮਾਈ ਲੇਬਰ ਹੈ, ਇੰਨਾ ਅਣਕਮਾਈ ਸਾਡੀ ਜਿਹੜੀ ਧਨ ਹੈ, ਜਿਸ ਨੂੰ ਅੰਕਿਆ ਹੀ ਨਹੀਂ ਜਾਂਦਾ ਕਿ ਵੀ ਹਾਂ ਇਹ ਤਾਂ ਤੂੰ ਕਰਨਾ ਹੀ ਹੈ। ਮੈਂ ਇਹ ਕਹਿ ਰਹੀ ਹਾਂ ਕਿ ਜਿਹੜਾ ਫੈਮਿਲੀ ਚਲਾਉਣ ਲਈ ਦੋਨਾਂ ਦਾ ਸਹਿਯੋਗ ਹੋਣਾ ਹੁੰਦਾ ਅਤੇ ਕਰਨਾ ਹੁੰਦਾ, ਪਰ ਇਹ ਕਿਧਰੇ ਵੀ ਨਹੀਂ ਹੋਇਆ ਕਿ ਉਸ ਔਰਤ ਦੀ ਕਾਬਲੀਅਤ ਜਿਹੜੀ ਇੰਟਲੈਕਚੁਅਲ ਵੀ ਹੈ, ਉਹਨਾਂ ਦੀ ਸੋਸ਼ਲ ਫੀਲਡ 'ਚ ਵੀ ਹੈ, ਅਤੇ ਉਹ ਰਾਜਨੀਤੀ ਦੇ ਵਿੱਚ ਵੀ ਆ ਕੇ ਚੰਗਾ ਕੰਮ ਕਰ ਸਕਦੀਆਂ ਨੇ, ਅਤੇ ਉਹਨਾਂ ਨੂੰ ਨਹੀਂ ਅੰਕਿਆ ਜਾ ਰਿਹਾ। ਮੈਮ, ਇਹਦੇ ਵਿੱਚ ਤੁਹਾਡੀ ਗੱਲ ਤੋਂ ਹੀ ਮੈਂ ਕਹਾਂਗੀ ਕਿ ਸੰਯੁਕਤ ਸਮਾਜ ਮੋਰਚਾ ਜਿਹੜੇ ਹੈਗੇ ਕਿਸਾਨੀ ਪਾਰਟੀ, ਉਹਨਾਂ ਨੇ ਇੱਕ ਕੱਲ੍ਹ ਵੀ ਜਾਰੀ ਕੀਤੇ ਨੇ ਆਪਣੇ ਕੁਝ ਕੁ ਉਤਾਰੇ ਉਮੀਦਵਾਰ। ਉਹਦੇ ਵਿੱਚ ਥੱਲੇ ਉਹਨਾਂ ਨੇ ਸਪੈਸ਼ਲੀ ਇੱਕ ਨੋਟ ਦਿੱਤਾ ਕਿ ਮੀਡੀਆ ਦੇ ਵਿੱਚ ਅਤੇ ਲੋਕਾਂ ਦੇ ਵਿੱਚ ਉਹਨਾਂ ਨੇ ਇੱਕ ਤਰ੍ਹਾਂ ਦੀ ਬੇਨਤੀ ਕੀਤੀ ਹੈ ਕਿ ਔਰਤਾਂ ਆਉਣ ਅਤੇ ਸਾਡੇ ਇੱਥੇ ਕੈਂਡੀਡੇਚਰ ਵਾਸਤੇ ਆਪਣੇ ਆਪ ਨੂੰ ਅੱਗੇ ਲੈ ਕੇ ਆਉਣ। ਕਿ ਉਹਨਾਂ ਨੂੰ ਜਿਹੜੇ ਸਾਰੀਆਂ ਔਰਤਾਂ ਉੱਥੇ ਗਈਆਂ ਸੀਗੀਆਂ, ਜਿਨ੍ਹਾਂ ਨੇ ਉੱਥੇ ਪਾਰਲੀਮੈਂਟ ਚਲਾ ਕੇ ਦਿਖਾਈ, ਉਹਨਾਂ ਔਰਤਾਂ 'ਚੋਂ ਕੋਈ ਵੀ ਐਸਾ ਨਹੀਂ ਲੱਭੀ ਜਿਹੜੀ ਕਿ ਐਜ਼ ਏ ਕੈਂਡੀਡੇਟ, ਕਿਉਂਕਿ ਉਹਨਾਂ 'ਚੋਂ ਮੈਨੂੰ ਯਾਦ ਹੈ, ਜਿਹੜਾ ਤੁਸੀਂ ਆਪਾਂ ਕਾਨਫਰੰਸ ਦੀ ਗੱਲ ਕਰ ਰਹੇ ਹੋ, ਉਹਦੇ 'ਚ ਵੀ ਯਾਦ ਹੈ, ਉਹਨਾਂ ਨੇ ਕਈ ਛੋਟੀਆਂ ਆਪਣੀਆਂ ਜਥੇਬੰਦੀਆਂ ਬਣਾਈਆਂ ਹੋਈਆਂ, ਜਿਹਦੀਆਂ ਉਹ ਪ੍ਰਧਾਨ ਨੇ, ਕਿਸੇ ਦੀਆਂ ਉਹ ਆਗੂ ਨੇ। ਉਹਨਾਂ 'ਚੋਂ ਵੀ ਕੋਈ ਨਹੀਂ ਉਹਨਾਂ ਨੂੰ ਲੱਗੀ, ਕਿਉਂਕਿ ਜੇ ਕਿਸਾਨੀ ਲੋਕਾਂ ਨੂੰ ਦੇਖਿਆ ਜਾਏ ਜਾਂ ਕਿਸਾਨੀ ਜਿਹੜੇ ਲੀਡਰਸ ਨੇ, ਉਹ ਵੀ ਤਾਂ ਉਹਨਾਂ ਜਥੇਬੰਦੀਆਂ 'ਚੋਂ ਹੀ ਨਿਕਲ ਕੇ ਆਏ ਨੇ। ਕੋਈ ਉਹ ਲੇਬਰ ਮਜ਼ਦੂਰ ਸੰਘ ਹੈਗੇ, ਉਹਦੀ ਕੋਈ ਲੀਡਰ ਹੈਗੀ ਹੈ, ਕੋਈ ਕਿਸੇ ਦੀ ਆਗੂ ਹੈਗੀ ਹੈ, ਜਾਂ ਜਿਹੜੀਆਂ ਵੀ ਤੁਸੀਂ ਸਾਰੀਆਂ ਔਰਤਾਂ ਉੱਥੇ ਐਜ਼ ਏ ਲੀਡਰਸ਼ਿਪ 'ਚ ਗਈਆਂ ਸੀ, ਤੁਹਾਡੇ 'ਚੋਂ ਕੋਈ ਵੀ ਨਹੀਂ ਉਹਨਾਂ ਨੂੰ ਲੱਭੀ। ਬਿੰਦੂ ਜੀ, ਇਹ ਬੜੀ ਹੀ ਅਫਸੋਸਨਾਕ ਗੱਲ ਹੈ। ਹਾਂ, ਅਸਲ ਦੇ ਵਿੱਚ ਔਰਤਾਂ ਦੀ ਅੱਜ ਵੀ ਅਸੀਂ ਕਹਿੰਦੇ ਹਾਂ ਔਰਤਾਂ ਐਡਵਾਂਸ ਹੋ ਗਈਆਂ, ਪੜ੍ਹ ਗਈਆਂ। ਅੱਜ ਵੀ ਔਰਤ ਨੇ ਅਗਰ ਕਿਸੇ ਕੈਂਡੀਡੇਚਰ ਲਈ ਕੋਈ ਅਪਲਾਈ ਕਰਨਾ ਹੈ ਕਿ ਮੈਂ ਖੜੇ ਹੋਣਾ ਚਾਹੁੰਦੀ ਹਾਂ, ਪਹਿਲਾਂ ਤਾਂ ਉਹ ਯੁਰਤ ਨਹੀਂ ਕਰਦੀ। ਫਿਰ ਉਹਨੇ ਆਪਣੇ ਪਤੀ ਨੂੰ ਪੁੱਛਣਾ ਹੈ
ਮੈਂ ਫਾਰਮ ਭਰਾਂ ਕਿ ਨਹੀਂ, ਫਿਰ ਪੁੱਤਰ ਨੂੰ ਪੁੱਛਣਾ ਹੈ, ਫਿਰ ਉਹਨੇ ਭਰਾ ਨੂੰ ਪੁੱਛਣਾ ਹੈ, ਫਿਰ ਉਹਨੇ ਪੇਕਿਆਂ ਨੂੰ ਪੁੱਛਣਾ ਹੈ, ਫਿਰ ਉਹਨੇ ਸਹੁਰਿਆਂ ਨੂੰ ਪੁੱਛਣਾ ਹੈ। ਇਹਨਾਂ ਸਾਰੀਆਂ ਬਾਰ ਚੋਂ ਕਲੀਅਰ ਕਰਕੇ ਫਿਰ ਕਿਤੇ ਉਹ ਆਪਣੇ ਕੈਂਡੀਡੇਚਰ ਲਈ ਅਪਲਾਈ ਕਰੇਗੀ। ਸਮਾਜ ਮੋਰਚੇ ਨੂੰ ਜਾਂ ਕਿਸਾਨ ਜਿਹੜਾ ਸਾਡਾ ਜਿਹੜੀ ਹੈ ਸੰਯੁਕਤ ਸਮਾਜ ਮੋਰਚਾ ਬਣਿਆ ਹੈ, ਉਹਨਾਂ ਨੂੰ ਇਹ ਚਾਹੀਦਾ ਸੀ ਔਰਤਾਂ ਕੋਲੇ ਖੁਦ ਜਾਂਦੇ। ਉਹਨਾਂ ਨੂੰ ਪਤਾ ਹੈ ਕਿਹੜੀਆਂ ਔਰਤਾਂ ਸਾਲ ਭਰ ਉੱਥੇ ਮੋਰਚੇ ਤੇ ਖੜੀਆਂ ਰਹੀਆਂ, ਜਿਹੜੀਆਂ ਔਰਤਾਂ ਉੱਥੇ ਡਟੀਆਂ ਰਹੀਆਂ, ਜਿਹੜੀਆਂ ਔਰਤਾਂ ਨੇ ਉੱਥੇ, ਮੇਰੀ ਨੌਲੇਜ ਦੇ ਵਿੱਚ 20 ਔਰਤਾਂ ਐਸੀਆਂ ਜਿਹੜੀਆਂ ਇੱਕ ਦਿਨ ਵੀ ਮੋਰਚੇ ਤੋਂ ਨਹੀਂ ਆਈਆਂ, ਜਿਹੜੀਆਂ ਔਰਤਾਂ ਨੇ ਉੱਥੇ ਕੰਟਰੀਬਿਊਟ ਕੀਤਾ, ਜਿਨ੍ਹਾਂ ਨੇ ਸਟੇਜਾਂ ਸੰਭਾਲੀਆਂ, ਜਿਨ੍ਹਾਂ ਨੇ ਉੱਥੇ ਜਿਹੜਾ ਹਰ ਤਰੀਕੇ ਦੇ ਨਾਲ ਆਪਣੀ ਕੰਟਰੀਬਿਊਸ਼ਨ ਕੀਤੀ। ਔਰ ਉਹ ਸਮਝਦਾਰ ਵੀ ਹੈ, ਇੰਟੈਲੈਕਚੁਅਲ ਵੀ ਹੈ, ਔਰ ਉਹ ਰਾਜਨੀਤੀ ਨੂੰ ਸਮਝਦੀਆਂ ਵੀ ਹੈ। ਅਤੇ ਉੱਥੇ ਚਾਹੀਦਾ ਇਹ ਸੀ ਰਿਸਪੈਕਟਫੁਲੀ ਹਰ ਪਾਰਟੀ ਜਾ ਕੇ, ਖਾਸ ਕਰਕੇ ਸੰਯੁਕਤ ਸਮਾਜ ਮੋਰਚਾ ਜਾ ਕੇ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਸਾਡਾ ਹਿੱਸਾ ਬਣੀਆਂ ਰਹੀਆਂ ਹੋ, ਤੁਸੀਂ ਸਾਡੀ ਮਸ਼ਾਲ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਉੱਪਰ ਲੈ ਕੇ ਗਏ ਆ। ਕਿਉਂਕਿ ਅੰਤਰਰਾਸ਼ਟਰੀ ਪੱਧਰ 'ਤੇ ਵੀ ਇਹ ਗੱਲ ਬਹੁਤ ਕੰਸੀਡਰ ਕੀਤੀ ਗਈ ਕਿ ਉੱਥੇ ਵੱਡੀ ਗਿਣਤੀ 'ਚ ਔਰਤਾਂ ਬੈਠੀਆਂ ਹੋਈਆਂ ਨੇ। ਇੱਕ ਔਰਤ ਨੂੰ ਆਪਣਾ, ਦੇਖੋ, ਆਦਮੀ ਨੂੰ ਘਰ ਛੱਡ ਕੇ ਜਾਣਾ ਇੰਨਾ ਔਖਾ ਨਹੀਂ ਹੈ ਜਿੰਨਾ ਔਰਤ ਨੂੰ, ਕਿਉਂਕਿ ਔਰਤ ਦੇ ਨਾਲ ਕਿਚਨ, ਉਹਦੇ ਬਜ਼ੁਰਗ, ਉਹਨਾਂ ਦੇ ਬੱਚੇ, ਇਹ ਸਾਰੇ ਸਾਡੇ ਆਸ਼ਰਿਤ ਔਰਤ 'ਤੇ ਨੇ। ਸੋ ਇਸ ਕਰਕੇ ਚਾਹੀਦਾ ਇਹ ਸੀ ਕਿ ਉਹਨਾਂ ਨੂੰ ਜਾ ਕੇ ਕਹਿੰਦੇ ਕਿ ਅਸੀਂ ਤੁਹਾਨੂੰ ਇਹ ਕੈਂਡੀਡੇਚਰ ਦੇ ਰਹੇ ਹਾਂ ਰਿਸਪੈਕਟਫੁਲੀ, ਤੁਸੀਂ ਆਓ ਅਤੇ ਲੜੋ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਔਰਤ ਕਦੇ ਵੀ ਆਪ ਯੁਰਤ ਨਹੀਂ ਕਰਦੀ। ਇਹੀ ਤਾਂ ਉਹਨਾਂ ਦੀ ਜਿਹੜੀ ਹੈ, ਉਹਨੂੰ ਹੁਣ ਅੱਜ ਦੇ ਦੌਰ ਦੇ ਵਿੱਚ ਔਰਤ ਨੂੰ ਪੜ੍ਹਨ ਦੀ ਆਜ਼ਾਦੀ ਮਿਲ ਗਈ ਹੈ, ਔਰਤ ਨੂੰ ਜਿਹੜੀ ਹੈ ਕੰਮ ਕਰਨ ਦੀ ਆਜ਼ਾਦੀ ਵੀ ਮਿਲ ਗਈ, ਸਾਡੇ ਸਮਾਜ ਨੇ ਦਿੱਤੀ। ਪਰ ਔਰਤ ਨੂੰ ਆਪਣੀ ਜ਼ਿੰਦਗੀ ਦੇ, ਆਪਣੇ ਫਿਊਚਰ ਦੇ, ਆਪਣੀਆਂ ਖੁਸ਼ੀਆਂ ਦੇ ਕਿਸੇ ਚੀਜ਼ ਦੇ ਵਿੱਚ ਪਾਰਟੀਸਪੇਟ ਕਰਨ ਦੀ ਹਜੇ ਆਜ਼ਾਦੀ ਨਹੀਂ ਮਿਲੀ। ਉਹਨੂੰ ਅਜੇ ਵੀ ਆਪਣੇ ਘਰ ਪਰਿਵਾਰ ਸਾਰਿਆਂ ਦੀਆਂ ਬਹੁਤ ਸਾਰੀਆਂ ਹਰਡਲ 'ਚੋਂ ਨਿਕਲਣਾ ਪੈਂਦਾ ਹੈ। ਸੋ ਇਸ ਕਰਕੇ ਇਹ ਸਾਰੀਆਂ ਬਾਰਜ਼ ਨੂੰ ਤੋੜਨ ਦੇ ਲਈ ਸਾਨੂੰ ਇਹ ਚਾਹੀਦਾ ਹੈ ਕਿ ਸਪੈਸ਼ਲ ਯਤਨ ਹੋਣ। ਇਸ ਕਰਕੇ ਜੇ ਸਵਿਤਰੀ ਬਾਈ ਫੂਲੇ ਸਾਡੀ ਪਹਿਲੀ ਔਰਤ ਸੀ, ਜਿਹੜੀ ਸਾਡੀ, ਅਸੀਂ ਕਹਿੰਦੇ ਹਾਂ ਕਿ ਜਿਹੜੀ 19ਵੀਂ ਸਦੀ ਦੇ ਅਖੀਰ 'ਚ ਉਹਨੇ ਔਰਤਾਂ ਦੀ ਪੜ੍ਹਾਈ ਲਈ ਕੰਮ ਕੀਤਾ, ਤੇ ਉਹਦੇ ਨਾਲ ਜੋਤੀਬਾ ਫੂਲੇ ਇੱਕ ਪਿੱਲਰ ਦੇ ਤੌਰ 'ਤੇ ਖੜੇ ਰਹੇ, ਉਹ ਲੈ ਕੇ ਆਏ। ਫਾਤਮਾ ਸ਼ੇਖ ਉਹਦੇ ਨਾਲ, ਸਵਿਤਰੀ ਬਾਈ ਫੂਲੇ ਦੇ ਨਾਲ ਸੀ। ਉਹ ਤਿੰਨੇ ਮਿਲ ਕੇ ਔਰਤਾਂ ਦੀ ਪੜ੍ਹਾਈ ਲਈ ਕੰਮ ਕਰ ਸਕੇ। ਸੋ ਇਸ ਕਰਕੇ ਸਾਡੇ ਅੱਜ ਦੇ ਮਰਦਾਂ ਨੂੰ ਇਹ ਡਿਊਟੀ ਨਿਭਾਉਣੀ ਪਏਗੀ ਕਿ ਉਹ ਵਿਸ਼ੇਸ਼ ਯਤਨ ਕਰਨ, ਉਚੇਚੇ ਯਤਨ ਕਰਨ। ਇਹ ਜਿਹੜੀ ਇੱਕ ਪਾਰਟੀਬਾਜ਼ੀ ਆ, ਉਹ ਤੋਂ ਉੱਪਰ ਉੱਠ ਕੇ ਸਮੁੱਚੇ ਸਮਾਜ ਨੂੰ ਔਰਤਾਂ ਲਈ ਉਚੇਚੇ ਯਤਨ ਕਰਨੇ ਪੈਣਗੇ, ਤਾਂ ਹੀ ਤੰਦਰੁਸਤ ਸਮਾਜ ਹੋਏਗਾ। ਨਹੀਂ ਤਾਂ ਸਮਾਜ ਦਾ ਅੱਧ ਜਿਹੜਾ ਹੈ ਪਿੱਛੇ ਰਿਹਾ ਤੇ ਸਮਾਜ ਤਰੱਕੀ ਨਹੀਂ ਕਰ ਸਕਦਾ। ਇਹ ਵੀ ਅਸੀਂ ਮਰਦਾਂ ਦੇ ਮੋਢੇ 'ਤੇ ਕਿਉਂ ਪਾਈਏ? ਕਿਉਂਕਿ ਜਿੰਨੀਆਂ ਕੁ ਔਰਤਾਂ ਅੱਗੇ ਆਈਆਂ ਨੇ, ਉਹ ਔਰਤਾਂ ਜਿਹੜੀਆਂ ਨੇ ਉਹ ਡੈਫੀਨੇਟਲੀ ਉਹਨਾਂ ਦਾ ਆਪਣਾ ਬਹੁਤ ਵੱਡਾ, ਕਿਉਂਕਿ ਉਹ ਇੱਕ ਇਨਸਾਨ ਵੀ ਨੇ ਔਰ ਉਹਨੇ ਫੁੱਟ ਡਾਊਨ ਵੀ ਕੀਤਾ ਅਤੇ ਉਹ ਪੜ੍ਹ ਲਿਖ ਕੇ ਅੱਗੇ ਆਈਆਂ। ਤੁਸੀਂ ਵੀ ਉਹਨਾਂ 'ਚੋਂ ਇੱਕ ਮਿਸਾਲ ਹੋ, ਤੁਹਾਡੇ ਵਰਗੀਆਂ ਕਈ ਹੋਰ ਔਰਤਾਂ ਵੀ ਨੇ। ਅਤੇ ਜੇ ਦੇਖਿਆ ਜਾਏ ਓਵਰਆਲ ਸਥਿਤੀ ਨੂੰ, ਜੇ ਅਸੀਂ ਪੜ੍ਹੀਏ, ਖਾਸ ਕਰਕੇ ਜਦੋਂ ਆਪਾਂ ਸੰਯੁਕਤ ਸਮਾਜ ਮੋਰਚੇ ਦੀ ਗੱਲ ਕਰਦੇ ਹਾਂ, ਕਿਸਾਨੀ ਪਾਰਟੀ ਦੀ ਗੱਲ ਕਰਦੇ ਹਾਂ, ਦੂਜੀਆਂ ਪਾਰਟੀਆਂ ਦੀ ਜੇ ਆਪਾਂ ਗੱਲ ਕਰ ਲਈਏ ਤਾਂ ਦੂਜੀਆਂ ਪਾਰਟੀਆਂ ਨੂੰ ਵੀ, ਕਿਉਂਕਿ ਜਦੋਂ ਹੁਣ ਜੇ ਸਿਨੈਰੀਓ ਐਵੇਂ ਦਾ ਕਿਤੇ ਬਣ ਗਿਆ 22 ਦੀ ਵਿੱਚ ਚੋਣਾਂ ਦੇ ਬਾਅਦ ਕਿ ਕੋਈ ਐਸੀ ਪਾਰਟੀਆਂ ਆ ਗਈਆਂ ਔਰ ਕਿਸਾਨ ਵੀ ਥੋੜ੍ਹੀ ਜਿਹੀਆਂ ਮਤਲਬ ਲੈ ਗਏ ਜਾਂ ਕਿਸੇ ਜ਼ਿਆਦਾ ਲੈ ਗਏ, ਥੋੜ੍ਹੀ ਲੈ ਗਏ, ਜਿਸ ਤਰੀਕੇ ਦਾ ਵੀ ਰੇਸ਼ੋ ਪ੍ਰਪੋਰਸ਼ਨ ਬਣਿਆ, ਅਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਦੂਸਰੀਆਂ ਪੋਲੀਟੀਕਲ ਪਾਰਟੀਆਂ ਕਿਸਾਨੀ ਪਾਰਟੀ ਨੂੰ ਨਾਲ ਲੈ ਕੇ ਚੱਲਣਾ ਚਾਹਣਗੀਆਂ, ਉਹਨਾਂ ਦੀ ਸਪੋਰਟ ਚਾਹਣਗੀਆਂ। ਜੇ ਉਹਨਾਂ ਦੀ ਇੱਦਾਂ ਸਪੋਰਟ ਚਾਹਣਗੀਆਂ ਤੇ ਇੱਕ ਔਰਤਾਂ ਦੇ ਮੁੱਦੇ 'ਤੇ ਉਹਨੂੰ ਸਿਰਫ ਵੋਟਰ ਦੀ ਤਰ੍ਹਾਂ ਕਿਉਂ ਦੇਖਦੀਆਂ? ਉਦੋਂ ਉਹਨਾਂ ਨੇ ਜੋ ਦੇਖਿਆ ਸੀ, ਜਿਹੜੀਆਂ ਉੱਥੇ ਔਰਤਾਂ ਨੇ ਦਮਖਮ ਭਰਿਆ ਸੀਗਾ ਕਿਸਾਨੀ ਮੋਰਚੇ 'ਚ, ਉਹਨਾਂ ਨੇ ਆਪਣੇ ਕੋਲ ਕਿਉਂ ਨਹੀਂ ਲੈ ਕੇ ਆਏ? ਹਾਂ, ਉਹ ਇੱਕ ਭੀੜ ਦੇ ਤੌਰ 'ਤੇ ਨਹੀਂ ਹੈ। ਦੂਸਰੀ ਗੱਲ, ਜਿਹੜਾ ਤੁਸੀਂ ਮੁੱਦਾ ਉਠਾਇਆ ਹੈ, ਔਰਤਾਂ ਆਪਣੇ ਆਪ ਕਿਉਂ ਨਹੀਂ ਕਰਦੀਆਂ, ਇਹ ਹਜੇ ਅਸੀਂ ਔਰਤਾਂ ਉਸ ਹਿਸਟੋਰੀਕਲੀ ਅਸੀਂ ਹਜੇ ਉੱਥੇ ਐਂਟਰ ਨਹੀਂ ਹੋਏ ਕਿ ਜਿਹੜੀ ਸਾਡੀ ਆਪਣੀ ਅੰਦਰ ਦੀ ਆਜ਼ਾਦੀ ਹੈ, ਅਸੀਂ ਅਜੇ ਉਸ ਤੱਕ ਨਹੀਂ ਪਹੁੰਚੇ। ਬਹੁਤ ਘੱਟ ਨੇ, 2-3% ਔਰਤਾਂ ਨੇ, 5% ਹੋਣਗੀਆਂ ਜਿਹੜੀ ਆਪਣੀ ਜ਼ਿੰਦਗੀ ਦੇ ਖੁਦ ਫੈਸਲੇ ਕਰ ਸਕਦੀਆਂ, ਕਿਉਂਕਿ ਇਹ ਅਜੇ ਵੀ ਸਾਡੇ ਸੋਸ਼ਲ ਹਰਡਲਸ ਨੇ, ਸਾਡੀਆਂ ਕਲਚਰਲ ਹਰਡਲਸ ਨੇ। ਔਰਤ ਅੰਦਰੋਂ ਯੁਰਤ ਨਹੀਂ ਕਰਦੀ ਕਿ ਵੀ ਮੈਂ ਇਹ ਗੱਲ ਕਰ ਸਕਦੀ ਹਾਂ, ਕਿਉਂਕਿ ਤੁਸੀਂ ਸਾਰੇ ਆਪਾਂ ਜਾਣਦੇ ਹਾਂ ਕਿ ਰਾਜਨੀਤੀ ਜਿਸ ਤਰ੍ਹਾਂ ਦੀ ਪੰਜਾਬ ਦੀ, ਹਿੰਦੁਸਤਾਨ ਦੀ ਬਣ ਚੁੱਕੀ ਹੈ, ਉਹ ਉਸ ਤਰੀਕੇ ਦੇ ਨਾਲ ਬਹੁਤ ਕੋਈ ਸੌਖਾ ਜਿਹੜਾ ਹੈ ਉਹ ਰਸਤਾ ਨਹੀਂ ਹੈ। ਇਹ ਪੰਧ ਬੜਾ ਹੀ ਕੰਡਿਆਂ ਵਾਲਾ ਹੈ। ਫਿਰ ਇਸ ਤੋਂ ਡਰਦੀਆਂ ਔਰਤਾਂ ਕਹਿੰਦੀਆਂ ਕਿ ਇਸ ਖਲਜਗਨ 'ਚ ਕਿਉਂ ਪੈਣਾ, ਅਤੇ
ਉਹਨੂੰ ਜਿਹੜਾ ਉਤਸ਼ਾਹਿਤ ਕਰਨ ਲਈ ਵੀ ਸਮਾਜਿਕ ਪੱਧਰ ਦੇ ਉੱਤੇ ਸਾਡੀ ਰਹਿਤਲ ਦੇ ਵਿੱਚ ਬਹੁਤ ਕੁਝ ਸਾਵਾਂ ਨਹੀਂ ਹੈ। ਨਾ ਤਾਂ ਪਰਿਵਾਰ ਵੱਲੋਂ ਉਹਨੂੰ ਉਤਸ਼ਾਹ ਮਿਲਦਾ ਹੈ, ਨਾ ਉਹਨੂੰ ਸਮਾਜ ਵੱਲੋਂ ਮਿਲਦਾ ਹੈ। ਇਸ ਕਰਕੇ ਉਹ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੀਆਂ। ਇਹਦੇ ਲਈ ਤਾਂ ਸਾਨੂੰ ਕਾਨੂੰਨ ਬਣਾ ਕੇ ਜਾਂ ਪਾਰਟੀਆਂ ਦੇ ਵਿੱਚ ਫੈਸਲੇ ਕਰਕੇ ਉਹਨਾਂ ਨੂੰ ਜਦੋਂ ਇਹ ਹੋਏਗਾ ਕਿ ਅਸੀਂ 33% 30% ਰਿਜ਼ਰਵੇਸ਼ਨ ਘੱਟੋ ਘੱਟ ਦਈਏ, ਜਿਵੇਂ ਪਹਿਲਾਂ ਜ਼ਿਕਰ ਕਰ ਰਹੀ ਸੀ ਸਾਡੇ ਚੀਫ ਜਸਟਿਸ ਨੇ ਕਿਹਾ ਕਿ ਤੁਸੀਂ 50% ਲਈ ਕਿਉਂ ਨਹੀਂ ਤੁਸੀਂ ਜੇ ਲੜਾਈ ਲੜਦੀਆਂ, ਤੁਸੀਂ ਕਿਉਂ ਨਹੀਂ ਉੱਚੀ ਉੱਚੀ ਬੋਲ ਕੇ ਕਹਿੰਦੀਆਂ ਕਿ ਸਾਡੇ ਨਾਲ ਧੋਖਾ ਹੋ ਰਿਹਾ, ਸਾਡੇ ਨਾਲ ਧੱਕਾ ਹੋ ਰਿਹਾ ਹੈ। ਇਸ ਤਰ੍ਹਾਂ ਦੇ ਮਰਦ ਹੈਗੇ ਨੇ ਜਿਹੜੇ ਸਪੋਰਟ ਕਰਦੇ ਨੇ। ਸੋ ਇਸ ਕਰਕੇ ਅੱਜ ਦੇ ਦੌਰ ਦੇ ਵਿੱਚ ਜਿੰਨੀ ਦੇਰ ਤੱਕ ਔਰਤ ਰਾਜਨੀਤੀ ਦੇ ਵਿੱਚ ਭਾਗੀਦਾਰ ਨਹੀਂ ਬਣਦੀ, ਬਹੁਤ ਸਾਰਾ ਕੁਝ ਸਮਾਜਿਕ ਤੇ ਆਰਥਿਕ ਪੱਧਰ ਤੇ ਨਹੀਂ ਬਦਲਦਾ। ਸੋ ਬਹੁਤ ਬਹੁਤ ਧੰਨਵਾਦ ਮੈਮ, ਸਾਡਾ ਟਾਈਮ ਮੁੱਕ ਰਿਹਾ ਸੀ, ਅਗਲੀ ਵਾਰ ਫਿਰ ਗੱਲ ਕਰਾਂਗੇ। ਬਹੁਤ ਬਹੁਤ ਧੰਨਵਾਦ। ਓਕੇ, ਸ਼ੁਕਰੀਆ ਬਹੁਤ ਬਹੁਤ ਬਿੰਦੂ ਜੀ। ਇਹ ਸਾਡੇ ਨਾਲ ਸੀਗੇ ਕਮਲਜੀਤ ਕੌਰ ਢਿੱਲੋਂ, ਜਿਹੜੇ ਕਿ ਬੁੱਧੀਜੀਵੀ ਨੇ, ਔਰਤਾਂ ਦੇ ਸਮਾਜ ਸੋਸ਼ਲ ਵਰਕ ਵੀ ਕਰਦੇ ਨੇ। ਔਰਤਾਂ ਦੇ ਲਈ ਇਹਨਾਂ ਨੇ ਬਹੁਤ ਕੰਮ ਕੀਤਾ, ਹਮੇਸ਼ਾ ਮੁੱਦੇ ਚੁੱਕਦੇ ਰਹਿੰਦੇ ਨੇ। ਬੜੀ ਹੀ ਜ਼ਰੂਰੀ ਉਹਨਾਂ ਨੇ ਗੱਲ ਕਹੀ ਹੈ ਔਰ ਅਹਿਮ ਵੀ ਹੈ ਕਿ ਖਾਸ ਕਰਕੇ ਕਾਨੂੰਨ ਵੀ ਬਣਨਾ ਚਾਹੀਦਾ ਇਹਦੇ ਲਈ। ਔਰਤਾਂ ਦੀ ਸ਼ਮੂਲੀਅਤ ਜੇ ਘਰ ਦੇ ਵਿੱਚ ਭਾਗੀਦਾਰੀ ਹੈਗੀ ਹੈ ਤੇ ਉਸੇ ਤਰੀਕੇ ਨਾਲ ਹਰ ਇੰਸਟੀਟਿਊਸ਼ਨ, ਆਰਗੇਨਾਈਜੇਸ਼ਨ, ਜਥੇਬੰਦੀ ਦੇ ਨਾਲ ਰਾਜਨੀਤੀ ਦੇ ਵਿੱਚ ਵੀ ਉਹਨਾਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ। ਜੇ ਦੇਸ਼ ਦੀ ਨੁਹਾਰ ਨੂੰ ਬਦਲਣਾ ਹੈ ਤੇ ਅੱਧੀ ਆਬਾਦੀ ਨੂੰ ਉਹਦੀ ਰਿਪਰੈਜ਼ੈਂਟੇਸ਼ਨ ਜਿਹੜੀ ਹੈ ਉਹ ਦੇਣੀ ਪਏਗੀ। ਕੈਮਰਾ ਪਰਸਨ ਜੇਪੀ ਦੇ ਨਾਲ ਬਿੰਦੂ ਸਿੰਘ, ਚੰਡੀਗੜ੍ਹ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com